ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲਖੀ ਅਨਪਲੱਗਡ ਉੱਤੇ ਤੇ ਮੇਰੀ ਕੱਲ ਦੀ ਵੀਡੀਓ ਰਿਪੋਰਟ ਜਿਸ ਵਿੱਚ ਕੀ ਮੈਂ ਜ਼ਿਕਰ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਫਰਜ਼ੀ ਪਛਾਣ ਉੱਤੇ ਪਾਸਪੋਰਟ ਬਣਾ ਕੇ ਵਿਦੇਸ਼ਾਂ ਦੇ ਵਿੱਚ ਦਰਜਨਾਂ ਦੀ ਗਿਣਤੀ ਦੇ ਵਿੱਚ ਕ੍ਰਿਮੀਨਲ ਤੇ ਗੈਂਗਸਟਰ ਲਿਸਟਡ ਗੈਂਗਸਟਰ ਕਾਮਯਾਬ ਰਹੇ ਨੇ। ਹਾਲਾਂਕਿ ਆਪਾਂ ਸ਼ਬਦ ਜਿਹੜਾ ਪ੍ਰਯੋਗ ਕੀਤਾ ਸੀ ਉਹ ਫੇਕ ਪਾਸਪੋਰਟ ਪ੍ਰਯੋਗ ਕੀਤਾ ਸੀ, ਲੇਕਿਨ ਮੈਨੂੰ ਲੱਗਦਾ ਕਿ ਬਿਹਤਰ ਐਕਸਪ੍ਰੈਸ਼ਨ ਹੋਏਗਾ ਕਿ ਜੇ ਆਪਾਂ ਇਹ ਕਹੀਏ ਕਿ ਫਰਜ਼ੀ ਪਛਾਣ ਉੱਤੇ ਬਣੇ ਪਾਸਪੋਰਟ, ਕਿਉਂਕਿ ਪਾਸਪੋਰਟ ਤਾਂ ਇਹ ਪਾਸਪੋਰਟ ਡਿਪਾਰਟਮੈਂਟ ਵੱਲੋਂ ਬਣੇ ਪਾਸਪੋਰਟ ਸਹੀ ਨੇ, ਲੇਕਿਨ ਵਿਅਕਤੀਆਂ ਦੀ ਪਛਾਣ ਦੇ ਵਿੱਚ ਫਰਜ਼ੀਵਾੜਾ ਹੋਇਆ। ਕੱਲ ਦੀ ਇਸ ਰਿਪੋਰਟ ਦੇ ਵਿੱਚ ਦੋ ਵਿਅਕਤੀਆਂ ਦਾ ਮੈਂ ਜ਼ਿਕਰ ਕੀਤਾ ਸੀ, ਜਿਸ ਵਿੱਚ ਜਸਵਿੰਦਰ ਸਿੰਘ ਖੱਟੂ ਅਤੇ ਸੁਨੀਲ ਭਨੋਟ ਏਲੀਅਸ ਛੋਟੀ ਦਾ ਨਾਂ ਆਇਆ ਸੀ ਤੇ ਮੈਂ ਕਿਹਾ ਸੀ ਕਿ ਇੱਕ ਵਕੀਲ ਦਾ ਕਤਲ ਕੀਤਾ ਗਿਆ ਸੀ ਸਾਲ 2013 ਦੇ ਵਿੱਚ। ਅਮਰਪ੍ਰੀਤ ਸਿੰਘ ਸੇਠੀ ਫਰਵਰੀ 27 ਸਾਲ 2013 ਰਾਤ ਦੇ 8:10 ਦਾ ਸਮਾਂ ਸੀ। ਮੋਹਾਲੀ ਦੇ ਫੇਸ 3A ਦੀ ਇੱਕ ਕੋਠੀ ਦੇ ਬਾਹਰ ਪਾਰਕਿੰਗ ਨੂੰ ਲੈ ਕੇ ਇੱਕ ਝਗੜਾ ਹੋਇਆ। ਕੁਝ ਨੌਜਵਾਨ ਜੋ ਕਿ ਗੁਆਂਢ ਦੀ ਇੱਕ ਕੋਠੀ ਯਾਨੀ ਕਿ ਦੋ ਘਰ ਛੱਡ ਕੇ ਕੋਠੀ ਦੇ ਪਹਿਲੇ ਤੇ ਦੂਸਰੇ ਮੰਜ਼ਲ ਉੱਤੇ ਰਹਿੰਦੇ ਨੇ, ਉਹ ਇਸ ਕੋਠੀ ਵਿੱਚ ਰਹਿਣ ਵਾਲੇ ਅਮਰਪ੍ਰੀਤ ਸਿੰਘ ਸੇਠੀ ਜਿਨ੍ਹਾਂ ਦੀ ਉਮਰ 33 ਸਾਲ ਸੀ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਵਕੀਲ ਦੇ ਰੂਪ ਵਿੱਚ ਕੰਮ ਕਰਦੇ ਸੀ। ਪਰਿਵਾਰ ਵਾਲੇ ਇੱਕ ਛੋਟਾ ਜਿਹਾ ਬੱਚਾ ਤੇ ਪਤਨੀ ਆਪਣੇ ਪਰਿਵਾਰ ਦੇ ਨਾਲ ਉੱਥੇ ਰਹਿੰਦੇ ਸੀ। ਆਪਣੇ ਇੱਕ ਕਜ਼ਨ ਗਗਨਜੋਤ ਸਿੰਘ ਬੇਦੀ ਅਤੇ ਸਿਮਰਜੀਤ ਸਿੰਘ ਜੋ ਕਿ ਉਸਦਾ ਸਾਥੀ ਗਗਨਜੋਤ ਦਾ ਸੀ ਉਸਦੇ ਨਾਲ ਘਰ ਦੇ ਬਾਹਰ ਖੜੇ ਹੁੰਦੇ ਨੇ। ਇੱਥੇ ਦੀਪਕ ਕੌਸ਼ਲ ਨਾਂ ਦਾ ਉਹ ਵਿਅਕਤੀ ਜੋ ਕਿ ਇਸ ਨਾਲ ਦੀ ਕੋਠੀ ਦੇ ਵਿੱਚ ਉਹਨਾਂ ਮੁੰਡਿਆਂ ਦੇ ਗਰੁੱਪ ਦੇ ਵਿੱਚ ਸ਼ਾਮਲ ਹੁੰਦਾ ਹੈ ਜੋ ਕਿ ਇਸ ਕੋਠੀ ਦੇ ਵਿੱਚ ਰਹਿ ਰਹੇ ਹੁੰਦੇ ਨੇ, ਆ ਕੇ ਆਪਣੀ ਗੱਡੀ ਖੜੀ ਕਰਦਾ ਹੈ। ਗੱਡੀ ਨੂੰ ਖੜਾਉਣ ਨੂੰ ਲੈ ਕੇ ਇਤਰਾਜ਼ ਪਹਿਲਾਂ ਵੀ ਅਮਰਪ੍ਰੀਤ ਸੇਠੀ ਵੱਲੋਂ ਕੀਤੇ ਜਾਂਦੇ ਰਹੇ, ਲੇਕਿਨ ਉਸ ਦਿਨ ਮਾਮਲਾ ਵੱਧ ਗਿਆ। ਦੀਪਕ ਕੌਸ਼ਲ ਉੱਤੇ ਜਾਂਦਾ ਹੈ, ਕੋਠੀ ਦੇ ਵਿੱਚ ਬੈਠੇ ਆਪਣੇ ਹੋਰ ਸਾਥੀਆਂ ਨੂੰ ਲੈਂਦਾ ਹੈ, ਜਿਸ ਤੋਂ ਬਾਅਦ ਉਹ ਜਸਵਿੰਦਰ ਫੱਟੂ, ਧਰਮਿੰਦਰ ਗੁਗਨੀ ਮਿਹਰਬਾਨ ਤੇ ਕੁਝ ਹੋਰ ਸਾਥੀਆਂ ਦੇ ਨਾਲ ਥੱਲੇ ਆਉਂਦੇ ਨੇ। ਸੁਨੀਲ ਭਨੋਟ ਛੋਟੀ ਵੀ ਉਸ ਵਿੱਚ ਸ਼ਾਮਲ ਹੁੰਦਾ ਹੈ। ਤਕਰੀਬਨ 8 ਤੋਂ 9 ਹੋਰ ਬੰਦੇ ਦੱਸੇ ਜਾਂਦੇ ਨੇ ਜੋ ਕਿ ਇਸ ਨਾਲ ਦੀ ਕੋਠੀ ਦੇ ਵਿੱਚ ਪਹਿਲੇ ਜਾਂ ਦੂਸਰੇ ਮਾਲੇ ਉੱਤੇ ਰਹਿ ਰਹੇ ਸੀ, ਮੰਜ਼ਲ ਉੱਤੇ ਰਹਿ ਰਹੇ ਸੀ, ਜਿਨ੍ਹਾਂ ਵੱਲੋਂ ਇਸ ਝਗੜੇ ਦੇ ਦੌਰਾਨ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਜਾਂਦੀਆਂ ਨੇ। ਹੁਣ ਧਰਮਿੰਦਰ ਗੁਗਨੀ ਵੱਲੋਂ ਜਿਹੜੀ ਗੋਲੀ ਚਲਾਈ ਜਾਂਦੀ ਹੈ ਉਹ ਸਿੱਧੇ ਅਮਰਪ੍ਰੀਤ ਸੇਠੀ ਦੇ ਦਿਲ ਦੇ ਵਿੱਚ ਵੱਜਦੀ ਹੈ, ਉਸ ਦੇ ਲੰਗਸ ਅਤੇ ਉਸ ਦਾ ਹਾਰਟ ਜਿਹੜਾ ਹੈ ਉਹ ਰਪਚਰ ਕਰਦੀ ਹੈ ਤੇ ਅਮਰਪ੍ਰੀਤ ਸੇਠੀ ਦੀ ਮੌਕੇ ਤੇ ਹੀ ਦੱਸਿਆ ਜਾਂਦਾ ਕਿ ਮੌਤ ਹੋ ਗਈ। ਇਸ ਤੋਂ ਇਲਾਵਾ ਸੁਨੀਲ ਛੋਟੀ ਭਨੋਟ ਅਤੇ ਰਜਤ ਵਸ਼ਿਸ਼ਟ ਯਾਨੀ ਕਿ ਰਜਤ ਸ਼ਰਮੇ ਵੱਲੋਂ ਜਿਹੜੀਆਂ ਗੋਲੀਆਂ ਚੱਲਦੀਆਂ ਨੇ ਉਸ ਵਿੱਚ ਗਗਨਜੋਤ ਸੇਠੀ ਅਤੇ ਉਸ ਦੇ ਦੋਸਤ ਸਿਮਰਜੀਤ ਸਿੰਘ ਨੂੰ ਵੀ ਗੋਲੀਆਂ ਵੱਜਦੀਆਂ ਨੇ। ਹੁਣ ਇੱਕ ਅਜਿਹੀ ਘਟਨਾ ਸੀ, ਅਜਿਹਾ ਝਗੜਾ ਸੀ ਜਿਸ ਵਿੱਚ ਕਿ ਅਨਪ੍ਰੋਵੋਕਡ ਤੇ ਰੈਕਲੈਸ ਫਾਇਰਿੰਗ ਕੀਤੀ ਗਈ। ਇਹ ਦੱਸਿਆ ਗਿਆ ਕਿ ਗੋਲੀਆਂ ਚਲਾਉਣ ਤੋਂ ਬਾਅਦ ਵੀ ਇਹ ਜਿਹੜੇ ਕ੍ਰਿਮੀਨਲ ਸੀ, ਜਿਸ ਦੇ ਵਿੱਚ ਧਰਮਿੰਦਰ ਗੁਗਨੀ, ਸੁਨੀਲ ਛੋਟੀ ਭਨੋਟ, ਜਸਵਿੰਦਰ ਖੱਟੂ ਸ਼ਾਮਲ ਸੀ, ਇਹਨਾਂ ਵੱਲੋਂ ਕੁਝ ਹੋਰ ਗੋਲੀਆਂ ਹਵਾ ਦੇ ਵਿੱਚ ਇੱਧਰ ਉੱਧਰ ਚਲਾਈਆਂ ਗਈਆਂ ਤੇ ਬਾਅਦ ਦੇ ਵਿੱਚ ਇਸ ਮਾਮਲੇ ਦੇ ਵਿੱਚ ਜਿਹੜੇ ਸ਼ਿਕਾਇਤਕਰਤਾ ਜੋ ਕਿ ਮਨਜੋਤ ਸਿੰਘ ਸੇਠੀ ਬਾਅਦ ਦੇ ਵਿੱਚ ਡਿਪਟੀ ਮੇਅਰ ਮੋਹਾਲੀ ਦੇ ਬਣੇ, ਉਹਨਾਂ ਵੱਲੋਂ ਕੇਸ ਨੂੰ ਪਰਸੂ ਕੀਤਾ ਗਿਆ ਤੇ ਉਹਨਾਂ ਵੱਲੋਂ ਇਲਜ਼ਾਮ ਇਹ ਵੀ ਲਾਇਆ ਗਿਆ ਕਿ ਗੋਲੀਆਂ ਉਹਨਾਂ ਦੇ ਵੱਲ ਵੀ ਵੇਖ ਕੇ ਚਲਾਈਆਂ ਗਈਆਂ, ਉਹਨਾਂ ਨੂੰ ਵੀ ਗੋਲੀ ਵੱਜ ਸਕਦੀ ਸੀ। ਸੋ ਮਹਿਜ਼ 10 ਤੋਂ 12 ਮਿੰਟ ਦੇ ਵਿੱਚ ਇਹ ਝਗੜਾ ਜੋ ਕਿ ਗਲੀ ਮੁਹੱਲਿਆਂ ਦੇ ਵਿੱਚ ਹੋਣ ਵਾਲੇ ਪਾਰਕਿੰਗ ਦੇ ਕਿਸੇ ਵੀ ਸਧਾਰਨ ਝਗੜੇ ਵਰਗਾ ਸੀ, ਉਸਨੇ ਇੱਕ ਅਜਿਹੀ ਖੂਨੀ ਝੜਪ ਦੀ ਸ਼ਕਲ ਅਖਤਿਆਰ ਕਰ ਲਈ ਸੀ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਨ ਵਾਲੇ ਇੱਕ ਪ੍ਰੋਮਿਸਿੰਗ ਵਕੀਲ, ਇੱਕ ਯੁਵਾ ਵਕੀਲ ਦਾ ਕਤਲ ਹੋ ਚੁੱਕਾ ਸੀ। ਕੁਝ ਹੀ ਦਿਨਾਂ ਬਾਅਦ ਧਰਪਕੜ ਹੋਈ ਪੁਲਿਸ ਵੱਲੋਂ ਤੇ ਸਾਰੇ ਦੇ ਸਾਰੇ ਅਕਿਊਜ਼ ਨੂੰ ਅਲੱਗ-ਅਲੱਗ ਗ੍ਰਿਫਤਾਰ ਕੀਤਾ ਗਿਆ। ਧਰਮਿੰਦਰ ਮਿਹਰਬਾਨ ਗੁਗਨੀ ਨੂੰ ਫੜ ਲਿਆ ਗਿਆ, ਸੁਨੀਲ ਭਨੋਟ ਛੋਟੀ ਫੜਿਆ ਗਿਆ, ਜਸਵਿੰਦਰ ਖੱਟੂ ਫੜਿਆ ਗਿਆ, ਰਜਤ ਵਸ਼ਿਸ਼ਟ ਫੜਿਆ ਗਿਆ। ਇਸ ਤੋਂ ਇਲਾਵਾ ਇੱਕ ਕੇਵਿਨ ਸੁਸ਼ਾਂਤ, ਦੀਪਕ ਕੌਸ਼ਲ, ਇੱਕ ਹੋਰ ਲੜਕਾ ਵਿਕਾਸ ਸ਼ਰਾਬਤ ਜੋ ਕਿ ਇੱਥੇ ਰੁਕਿਆ ਹੋਇਆ ਸੀ, ਉਹਨਾਂ ਨੂੰ ਗ੍ਰਿਫਤਾਰ ਕਰਿਆ ਗਿਆ। ਇਹਨਾਂ ਸੱਤਾਂ ਤੋਂ ਇਲਾਵਾ ਜਿਹੜੇ ਦੋ ਹੋਰ ਅਕਿਊਜ਼ਡ ਇਸ ਕੇਸ ਦੇ ਵਿੱਚ ਬਣਾਏ ਗਏ ਯਾਨੀ ਕਿ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਤੇ ਬਾਅਦ ਦੇ ਵਿੱਚ ਸਜ਼ਾਵਾਂ ਵੀ ਹੋਈਆਂ, ਉਹ ਸਨ ਸਨਬੀਰ ਸਿੰਘ ਤੇ ਓਂਕਾਰ ਸਿੰਘ, ਦੋਹੇ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਸਨ, ਅੰਮ੍ਰਿਤਸਰ ਦੇ ਰਹਿਣ ਵਾਲੇ ਸਨ। ਹੁਣ ਇਹ ਟੋਟਲ 9 ਜਿਹੜੇ ਅਕਿਊਜ਼ ਇਸ ਕੇਸ ਦੇ ਵਿੱਚ ਬਣਾਏ ਗਏ, ਇਹਨਾਂ ਦੀਆਂ ਪ੍ਰੋਫਾਈਲਸ, ਇਹਨਾਂ ਤੋਂ ਘੱਟੋ ਘੱਟ 5 ਜਾਂ 6 ਦੀ ਪ੍ਰੋਫਾਈਲਸ ਬੜੀਆਂ ਇੰਪੋਰਟੈਂਟ ਤੇ ਮਹੱਤਵਪੂਰਨ ਨੇ, ਜਿਸ ਕਾਰਨ ਹੀ ਅੱਜ ਆਪਾਂ ਰਿਪੋਰਟ ਬਣਾ ਵੀ ਰਹੇ ਹਾਂ। ਇੱਕ ਬਿਲਕੁਲ ਵੱਖਰੀ ਗੱਲ ਹੈ ਕਿ ਇੱਕ ਵਕੀਲ ਦਾ ਦਿਨ ਦਹਾੜੇ ਹੋਇਆ ਕਤਲ, ਇਹਨਾਂ ਕ੍ਰਿਮੀਨਲ ਅਨਸਰਾਂ ਵੱਲੋਂ ਕੀਤਾ ਗਿਆ ਕਤਲ ਇੱਕ ਨਾਕਾਬਿਲੇ ਬਰਦਾਸ਼ਤ ਵਾਰਦਾਤ ਬਿਲਕੁਲ ਸੀ, ਲੇਕਿਨ ਇਹ ਜਿਹੜੇ ਲੋਕ ਗੁਆਂਢ ਦੀ ਇਸ ਕੋਠੀ ਦੇ ਵਿੱਚ ਰਹਿ ਰਹੇ ਸਨ ਉਹ ਬੇਸਿਕਲੀ ਕਿਸੇ ਘਰ ਦੇ ਵਿੱਚ ਕਿਰਾਏ ਦੇ ਉੱਤੇ ਨਹੀਂ ਬਲਕਿ ਇੱਕ ਅੱਡਾ ਬਣਾ ਕੇ ਕ੍ਰਿਮੀਨਲਸ ਦਾ ਇੱਕ ਅਜਿਹਾ ਜਮਾਵੜਾ ਸੀ ਜਿਸ ਨੇ ਕਿਸੇ ਨਾ ਕਿਸੇ ਦਿਨ ਇਸ ਤਰੀਕੇ ਦੀ ਵਾਰਦਾਤ ਨੂੰ ਕਰਨਾ ਹੀ ਕਰਨਾ ਸੀ। ਮਾਰੇ ਗਏ ਅਮਰਪ੍ਰੀਤ ਸਿੰਘ ਸੇਠੀ ਦੇ ਘਰ ਤੋਂ 2 ਘਰ ਦੂਰ ਇੱਕ ਕੋਠੀ ਦੇ ਵਿੱਚ ਕਿਰਾਏ ਦੇ ਉੱਤੇ ਜਿਹੜੇ ਇਹ ਕ੍ਰਿਮੀਨਲਸ ਰਹਿ ਰਹੇ ਸਨ, ਇਹਨਾਂ ਦੀਆਂ ਪ੍ਰੋਫਾਈਲਸ ਬੜੀਆਂ ਇੰਪੋਰਟੈਂਟ ਨੇ। ਆਪਣੀ ਬੀਤੀ ਸਟੋਰੀ ਯਾਨੀ ਕਿ ਖਬਰ ਰਿਪੋਰਟ ਜਿਸ ਵਿੱਚ ਕਿ ਆਪਾਂ ਜ਼ਿਕਰ ਕੀਤਾ ਸੀ ਕਿ ਕਿਸ ਤਰੀਕੇ ਨਾਲ ਕ੍ਰਿਮੀਨਲਸ ਭਗੌੜੇ ਹੋ ਰਹੇ ਹੈਗੇ ਨੇ, ਪੈਰੋਲ ਤੇ ਬੇਲਾਂ ਉੱਤੇ ਆ ਕੇ ਉਹ ਫਰਜ਼ੀ ਪਛਾਣਾ ਉੱਤੇ ਪਾਸਪੋਰਟ ਬਣਾ ਕੇ ਨਿਕਲ ਰਹੇ ਨੇ,
ਉਸ ਕੜੀ ਦੇ ਨਾਲ ਵੀ ਜੁੜਦੀ ਹੈ ਤੇ ਆਉਣ ਵਾਲੀਆਂ ਮੇਰੀਆਂ ਰਿਪੋਰਟਸ ਦੇ ਨਾਲ ਵੀ ਇਹਨਾਂ ਕ੍ਰਿਮੀਨਲਸ ਦੀ ਪ੍ਰੋਫਾਈਲ ਨੇ ਜੁੜਨਾ ਹੈ, ਜਿਸ ਕਾਰਨ ਆਪਾਂ ਅਗਲੀਆਂ ਕੁਝ ਰਿਪੋਰਟਸ ਦੇ ਵਿੱਚ ਵੀ ਇਹਨਾਂ ਦਾ ਜ਼ਿਕਰ ਕਰਾਂਗੇ। ਲੇਕਿਨ ਸਮਝ ਲੈਂਦੇ ਹਾਂ ਕਿ ਜਿਹੜੇ 9 ਲੋਕ ਜਿਨ੍ਹਾਂ ਦਾ ਜ਼ਿਕਰ ਮੈਂ ਨਾਂ ਲੈ ਚੁੱਕਾ ਹਾਂ, ਉਹਨਾਂ ਦੇ ਵਿੱਚੋਂ ਸਭ ਤੋਂ ਖਤਰਨਾਕ ਜਿਹੜਾ ਅਪਰਾਧੀ ਮੰਨਿਆ ਗਿਆ ਉਹ ਸੀ ਧਰਮਿੰਦਰ ਗੁਗਨੀ, ਜੋ ਕਿ ਬੇਸਿਕਲੀ ਮਿਹਰਬਾਨ ਦਾ ਰਹਿਣ ਵਾਲਾ ਸੀ। ਤੁਹਾਨੂੰ ਯਾਦ ਹੈ ਕਿ ਧਰਮਿੰਦਰ ਗੁਗਨੀ ਦਾ ਨਾਂ ਇਸ ਵਾਰਦਾਤ 2013 ਦੀ ਆਪਾਂ ਵਾਰਦਾਤ ਕਰ ਰਹੇ ਹਾਂ, ਉਸ ਤੋਂ 2 ਸਾਲ ਪਹਿਲਾਂ 2011 ਦੇ ਵਿੱਚ ਕੋਹਾੜੇ ਦੇ ਚੌਂਕ ਵਿੱਚ ਇੱਕ ਗੋਲੀ ਚੱਲੀ ਸੀ, ਜਿਸ ਵਿੱਚ ਕਿ ਆਪਸੀ ਜਿਹੜੀ ਗੈਂਗਵਾਰ ਸੀ ਰਵੀ ਖਵਾਜਕੇ ਤੇ ਕਾਲਾ ਹਵਾਸ, ਇਹਨਾਂ ਦਾ ਆਪਸ ਦਾ ਜਿਹੜਾ ਉਸ ਰਾਹੋਂ ਦੇ ਇਲਾਕੇ ਖਵਾਜਕੇ ਹਵਾਸ ਪਿੰਡਾਂ ਦੇ ਵਿੱਚ ਜਿਹੜੀ ਵਰਚਸਵ ਦੀ ਲੜਾਈ ਸੀ, ਉਸ ਦੀ ਇੱਕ ਗੈਂਗਵਾਰ ਦੇ ਰੂਪ ਵਿੱਚ ਇੱਕ ਘਟਨਾ ਹੋਈ ਸੀ, ਜਿਸ ਵਿੱਚ ਸ਼ਿੰਦੇ ਨਾਂ ਦੇ ਨੌਜਵਾਨ ਦੀ ਮੌਤ ਹੋਈ ਸੀ। ਇੱਕ ਦੂਸਰੇ ਦੇ ਗਰੁੱਪ ਤੋਂ ਉੱਤੇ ਹੋਣ ਦੀ ਇਸ ਵਰਚਸਵ ਦੀ ਲੜਾਈ ਦੇ ਚੱਲਦਿਆਂ ਕੋਹਾੜਾ ਚੌਂਕ ਦੇ ਵਿੱਚ ਇੱਕ ਘਟਨਾ ਹੋਈ ਜੋ ਕਿ ਖੂਨੀ ਝੜਪ ਦੇ ਵਿੱਚ ਬਦਲ ਗਈ। ਉਸ ਝੜਪ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੁੰਦੀ ਹੈ, ਜਿਸ ਦਾ ਨਾਮ ਹੁੰਦਾ ਹੈ ਸ਼ਿੰਦਾ। ਹੁਣ ਥੋੜਾ ਜਿਹਾ ਮੈਂ ਇਸ ਘਟਨਾ ਬਾਰੇ ਜ਼ਿਕਰ ਕਰ ਦਾਂਗਾ, ਕਿਉਂਕਿ ਕੋਹਾੜਾ ਦੀ ਇਸ ਵਾਰਦਾਤ ਬਾਰੇ ਦੁਬਾਰਾ ਆਪਾਂ ਕੋਈ ਵੱਖਰੀ ਰਿਪੋਰਟ ਨਹੀਂ ਬਣਾਵਾਂਗੇ। ਲੇਕਿਨ ਇੱਥੇ ਦੱਸ ਦਈਏ ਕਿ ਬਿੱਲਾ ਖਵਾਜਕੇ ਤੇ ਰਵੀ ਖਵਾਜਕੇ 2 ਭਰਾ ਹੈਗੇ ਨੇ। ਰਵੀ ਖਵਾਜਕੇ ਦਾ ਕਤਲ ਸਭ ਨੂੰ ਪਤਾ ਹੀ ਹੈ, ਲੇਕਿਨ ਦੂਸਰੇ ਪਾਸੇ ਕਾਲਾ ਹਵਾਸ ਤੇ ਧਰਮਿੰਦਰ ਗੁਗਨੀ ਦਾ ਚੰਗਾ ਸੰਪਰਕ ਸੀ। ਹੁਣ ਦੱਸਿਆ ਇਹ ਜਾਂਦਾ ਹੈ ਕਿ ਕੋਹਾੜੇ ਦੇ ਚੌਂਕ ਦੇ ਵਿੱਚ ਸ਼ਿੰਦੇ ਦੇ ਹੋਏ ਕਤਲ ਦੀ ਵਾਰਦਾਤ ਤੋਂ ਕੁਝ ਹੀ ਘੰਟੇ ਪਹਿਲਾਂ ਇੱਕ ਸਥਾਨਕ ਮੈਰਿਜ ਪੈਲੇਸ ਉੱਤੇ ਝੜਪ ਹੋਈ ਹੁੰਦੀ ਹੈ। ਰਵੀ ਖਵਾਜਕੇ ਉੱਥੋਂ ਜਾ ਚੁੱਕਾ ਹੁੰਦਾ ਹੈ। ਉਸ ਦਾ ਭਰਾ ਸੰਦੀਪ ਏਲੀਅਸ ਬਿੱਲਾ ਖਵਾਜਕੇ, ਉਸ ਦੇ ਨਾਲ ਕੁੱਟਮਾਰ ਦੀ ਇੱਕ ਵਾਰਦਾਤ ਹੁੰਦੀ ਹੈ, ਜਿਸ ਤੋਂ ਬਾਅਦ ਟਾਈਮ ਬੰਨਿਆ ਜਾਂਦਾ ਹੈ। ਕੋਹਾੜੇ ਚੌਂਕ ਦੇ ਵਿੱਚ ਦੋਵੇਂ ਧਿਰਾਂ ਆਮੋ ਸਾਹਮਣੇ ਹੁੰਦੀਆਂ ਨੇ। ਇੱਥੇ ਕਾਲਾ ਹਵਾਸ ਅਤੇ ਧਰਮਿੰਦਰ ਗੁਗਨੀ ਵੱਲੋਂ ਗੋਲੀ ਚਲਾਤੀ ਜਾਂਦੀ ਹੈ ਤੇ ਜਿਹੜੀ ਗੋਲੀ ਚਲਾਈ ਜਾਂਦੀ ਹੈ ਉਸ ਵਿੱਚ ਸੰਦੀਪ ਯਾਨੀ ਕਿ ਬਿੱਲਾ ਖਵਾਜਕੇ ਨੂੰ ਵੀ ਗੋਲੀ ਵੱਜਦੀ ਹੈ ਤੇ ਉਸ ਦੇ ਪਿੱਛੇ ਇੱਕ ਹੋਰ ਮੁੰਡਾ ਖੜਾ ਹੁੰਦਾ ਜਿਸ ਦਾ ਨਾਮ ਹੁੰਦਾ ਹੈ ਸ਼ਿੰਦਾ। ਉਹ ਗੋਲੀ ਸਿੱਧਾ ਉਸ ਸ਼ਿੰਦੇ ਨੂੰ ਵੱਜਦੀ ਹੈ, ਜਿੱਥੇ ਕਿ ਮੌਕੇ ਤੇ ਸ਼ਿੰਦੇ ਦੀ ਮੌਤ ਹੋ ਜਾਂਦੀ ਹੈ। ਬਾਅਦ ਦੇ ਵਿੱਚ ਜਿੰਨੇ ਵੀ ਧਰਮਿੰਦਰ ਗੁਗਨੀ ਜਾਂ ਜਿਹੜੇ ਕਾਲਾ ਹਵਾਸ ਹੋਰ ਜਿਹੜੀ ਦੂਜੀ ਧਿਰ ਹੁੰਦੀ ਹੈ, ਉਹ ਸਾਰੇ ਦੇ ਸਾਰੇ ਭਗੌੜੇ ਹੋ ਜਾਂਦੇ ਨੇ। ਆਪਸ ਦੇ ਵਿੱਚ ਇਹ ਝਗੜਾ ਇੱਕ ਖੂਨੀ ਵਾਰਦਾਤ ਦੇ ਵਿੱਚ ਤਬਦੀਲ ਹੋ ਚੁੱਕਾ ਹੁੰਦਾ ਹੈ। ਕਈ ਹਫ਼ਤਿਆਂ ਮਹੀਨਿਆਂ ਦੀ ਭਾਲ ਤੋਂ ਬਾਅਦ ਇੱਕ ਇੱਕ ਕਰਕੇ ਇਹਨਾਂ ਨੂੰ ਬਾਅਦ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਹੈ। ਇਹ ਦੱਸਿਆ ਜਾਂਦਾ ਹੈ ਕਿ ਉਹਨਾਂ ਸਮਿਆਂ ਦੇ ਵਿੱਚ 2011 ਦੀ ਮੈਂ ਵਾਰਦਾਤ ਦਾ ਜ਼ਿਕਰ ਕਰਦਾ ਪਿਆ ਹਾਂ ਤੇ 2011 ਤੋਂ 2 ਸਾਲ ਬਾਅਦ ਇਹ ਜਿਹੜੀ ਮੋਹਾਲੀ ਦੀ ਘਟਨਾ ਹੋਈ, ਜਿਸ ਵਿੱਚ ਕਿ ਅਮਰਪ੍ਰੀਤ ਸੇਠੀ ਨੂੰ ਗੋਲੀ ਮਾਰੀ ਗਈ, ਉਸ ਵਕਤ ਕੁਝ ਸਮੇਂ ਤੋਂ ਹੀ ਇਸ ਕਿਰਾਏ ਦੇ ਉੱਤੇ ਜਸਵਿੰਦਰ ਸਿੰਘ ਖੱਟੂ ਵੱਲੋਂ ਲਈ ਗਈ ਕੋਠੀ ਦੇ ਵਿੱਚ ਧਰਮਿੰਦਰ ਗੁਗਨੀ ਨੇ ਆ ਕੇ ਰਹਿਣਾ ਸ਼ੁਰੂ ਕੀਤਾ ਸੀ। ਹੁਣ ਧਰਮਿੰਦਰ ਗੁਗਨੀ ਦਾ ਜਿਹੜਾ ਆਪਣਾ ਪ੍ਰੋਫਾਈਲ ਉਹ ਇਹ ਹੈ ਕਿ ਉਹ ਯੂਕੇ ਦਾ ਸਿਟੀਜ਼ਨ ਹੈ, ਲੇਕਿਨ ਯੂਕੇ ਦਾ ਸਿਟੀਜ਼ਨ ਹੋਣ ਦੇ ਬਾਵਜੂਦ ਪਿਛਲੇ ਤਕਰੀਬਨ 10 ਤੋਂ ਵੱਧ ਸਾਲ ਉਸ ਨੂੰ ਹੋ ਚੁੱਕੇ ਨੇ ਜੇਲ੍ਹਾਂ ਦੇ ਵਿੱਚ। UAPA ਦੇ ਕਈ ਸੰਗੀਨ ਮੁਕੱਦਮੇ, ਜਿਨ੍ਹਾਂ ਦੇ ਵਿੱਚ ਟਾਰਗੇਟਿਡ ਕਿਲਿੰਗਸ ਜਿਹੜੀਆਂ ਪੰਜਾਬ ਦੇ ਵਿੱਚ 2015, 2016, 2017 ਦੇ ਸਾਲਾਂ ਦਰਮਿਆਨ ਹੋਈਆਂ ਤੇ ਉਸ ਤੋਂ ਬਾਅਦ ਵੀ ਕਈ ਘਟਨਾਵਾਂ ਦੇ ਵਿੱਚ ਧਰਮਿੰਦਰ ਗੁਗਨੀ ਨੂੰ ਨਾਮਜ਼ਦ ਕੀਤਾ ਜਾਂਦਾ ਰਿਹਾ, ਕਿਉਂਕਿ ਧਰਮਿੰਦਰ ਗੁਗਨੀ ਦੇ ਯੂਪੀ ਦੇ ਕੁਝ ਅਜਿਹੇ ਕ੍ਰਿਮੀਨਲਸ ਤੇ ਗੈਂਗਸਟਰ ਦੇ ਨਾਲ ਲਿੰਕ ਰਹੇ ਨੇ ਜੋ ਕਿ ਬੇਸਿਕਲੀ ਐਸੈਂਸ਼ੀਅਲੀ ਆਰਮਸ ਤੇ ਵੈਪਨ ਸਪਲਾਇਰ ਨੇ। ਬਾਅਦ ਦੇ ਵਿੱਚ ਉਹਨਾਂ ਹੀ ਵੈਪਨਸ ਦੀ ਵਰਤੋਂ ਇਹਨਾਂ ਟਾਰਗੇਟਿਡ ਕਿਲਿੰਗਸ ਦੇ ਵਿੱਚ ਹੋਈ, ਜਿਸ ਤੋਂ ਬਾਅਦ ਕਿ ਇੰਟੈਰੋਗੇਸ਼ਨ ਤੇ ਇਨਵੈਸਟੀਗੇਸ਼ਨ ਜਿਹੜੇ ਕੋ ਅਕਿਊਜ਼ ਦੀ ਹੋਈ, ਉਸ ਤੋਂ ਬਾਅਦ ਧਰਮਿੰਦਰ ਗੁਗਨੀ ਦੇ ਸਾਰੇ ਕੰਟੈਕਟ ਐਕਸਪੋਜ਼ ਹੋਏ। ਧਰਮਿੰਦਰ ਗੁਗਨੀ ਜੇਲ੍ਹ ਦੇ ਵਿੱਚ ਬੈਠ ਕੇ ਇੱਕ ਪਾਸੇ ਦਵਿੰਦਰ ਬੰਬੀਹੇ ਨੂੰ ਵੀ ਸਾਂਭਦਾ ਹੈ, ਦੂਸਰੇ ਪਾਸੇ ਕਰਮਵੀਰ ਦਿਓਲ ਵਰਗੇ ਦੇ ਨਾਲ ਵੀ ਉਸ ਦੇ ਚੰਗੇ ਸੰਬੰਧ ਹੁੰਦੇ ਨੇ ਤੇ ਫਿਰ ਟਾਰਗੇਟਿਡ ਕਿਲਿੰਗਸ ਦੇ ਵਿੱਚ ਇਨਵੋਲਵ ਬਹੁਤ ਸੇ ਅਜਿਹੇ ਕ੍ਰਿਮੀਨਲਸ ਨੂੰ ਹਥਿਆਰਾਂ ਦੀ ਸਪਲਾਈ ਦੇਣ ਦਾ ਕੰਮ ਧਰਮਿੰਦਰ ਗੁਗਨੀ ਕਰਦਾ ਰਿਹਾ। ਸੋ ਬਹੁਤ ਹੀ ਖਤਰਨਾਕ ਤੇ ਸ਼ਾਤਰ ਅਪਰਾਧੀ ਦੇ ਰੂਪ ਵਿੱਚ ਲੋ ਪ੍ਰੋਫਾਈਲ ਦੇ ਉੱਤੇ ਰਹਿ ਕੇ ਧਰਮਿੰਦਰ ਗੁਗਨੀ ਦਾ ਨਾਂ ਅੱਜ ਵੀ ਬਹੁਤ ਸੀ ਅਜਿਹੀਆਂ ਅਪਰਾਧਿਕ ਵਾਰਦਾਤਾਂ ਦੇ ਵਿੱਚ ਵੱਜਦਾ ਹੈ, ਜਿਨ੍ਹਾਂ ਨੂੰ ਹਜੇ ਪੂਰੇ ਤਰੀਕੇ ਦੇ ਨਾਲ ਸੋਲਵ ਨਹੀਂ ਵੀ ਕੀਤਾ ਗਿਆ ਹੈ। ਸੋ ਧਰਮਿੰਦਰ ਗੁਗਨੀ ਇਸ ਕੋਠੀ ਦੇ ਵਿੱਚ ਕਿਰਾਏ ਦੇ ਉੱਤੇ ਜਿਹੜੇ ਇਹਨਾਂ ਨੇ ਇੱਕ ਫਲੋਰ ਲਿਆ ਹੋਇਆ ਸੀ, ਉਸ ਦੇ ਵਿੱਚ ਰਹਿਣ ਵਾਲਾ ਸਭ ਤੋਂ ਮੇਨ ਕ੍ਰਿਮੀਨਲ ਸੀ। ਇਸ ਤੋਂ ਇਲਾਵਾ ਲੁਧਿਆਣਾ ਦੇ ਹੀ ਨੇੜੇ ਮੰਗਲੀ ਪਿੰਡ ਦਾ SGPC ਮੈਂਬਰ ਰਣਜੀਤ ਸਿੰਘ, ਉਸ ਦਾ ਮੁੰਡਾ ਸੀ ਜਸਵਿੰਦਰ ਖੱਟੂ, ਜਿਸ ਦਾ ਆਪਾਂ ਪਿਛਲੀ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ। ਜਸਵਿੰਦਰ ਖੱਟੂ ਕੋਈ ਮਾੜੇ ਪਰਿਵਾਰ ਤੋਂ ਨਹੀਂ ਸੀ, ਪਿਤਾ ਇਸ ਦੇ SGPC ਦੇ ਮੈਂਬਰ ਸੀ, ਚੰਗਾ ਖਾਸਾ ਪਰਿਵਾਰ ਸੀ, ਲੇਕਿਨ ਸਥਾਨਕ ਪੱਧਰ ਉੱਤੇ ਜਿਹੜੇ ਵਰਚਸਵ ਜਾਂ ਕਹਿ ਲਓ ਕਿ ਆਪਣਾ ਦਬਦਬਾ ਜਾਂ ਬਦਮਾਸ਼ੀ ਕਰਨ ਦੇ ਸ਼ੌਕੀਨ ਬਦਮਾਸ਼ ਸੀ ਜਾਂ ਉਹਨਾਂ ਦੇ ਕ੍ਰਿਮੀਨਲ ਗੈਂਗ ਸੀ, ਉਹਨਾਂ ਦੇ ਨਾਲ ਇਹ ਰਲ ਗਿਆ। ਸਟੂਡੈਂਟ ਪੋਲਿਟਿਕਸ ਤੇ ਰਾਜਨੀਤੀ ਨੇ ਇਸ ਦਾ ਆਪਣਾ ਨੁਕਸਾਨ ਕੀਤਾ, ਜਿਸ ਤੋਂ ਬਾਅਦ ਕਿ ਆਹਿਸਤਾ ਇਹ ਅਪਰਾਧ ਦੇ ਦਲਦਲ ਦੇ ਵਿੱਚ ਧੱਸਦਾ ਗਿਆ। ਇਸ ਵਾਰਦਾਤ ਦੇ ਵਿੱਚ ਵੀ ਜਸਵਿੰਦਰ ਖੱਟੂ ਦੀ ਬਹੁਤ ਅਹਿਮ ਭੂਮਿਕਾ ਅਮਰਪ੍ਰੀਤ ਸੇਠੀ ਦੇ ਕਤਲ ਕੇਸ ਦੇ ਵਿੱਚ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜੇ 2 ਹੋਰ ਕ੍ਰਿਮੀਨਲਸ ਜਿਨ੍ਹਾਂ ਦਾ ਮੈਂ ਵੇਰਵਾ ਤੁਹਾਨੂੰ ਅਗਲੀ ਰਿਪੋਰਟ ਦੇ ਵਿੱਚ ਜ਼ਿਆਦਾ ਬਿਹਤਰ ਤਰੀਕੇ ਦੇ ਨਾਲ ਦਾਂਗਾ, ਉਹ ਸਨ ਸੁਨੀਲ ਪਨੋਟ ਏਲੀਅਸ ਛੋਟੀ, ਜਿਸ ਨੂੰ ਮੈਂ ਪਿਛਲੀ ਰਿਪੋਰਟ ਦੇ ਵਿੱਚ ਵੀ ਜ਼ਿਕਰ ਕੀਤਾ, ਤਸਵੀਰ ਵੀ ਦਿਖਾਈ, ਤੇ ਰਜਤ ਵਸ਼ਿਸ਼ਟ। ਫਿਲਹਾਲ ਅੱਜ ਦੀ ਰਿਪੋਰਟ ਦੇ ਪਰਪਸ ਲਈ ਮੈਂ ਸਿਰਫ ਤੁਹਾਨੂੰ ਇਹੀ ਦੱਸ ਸਕਦਾ ਕਿ ਸੁਨੀਲ ਪਨੋਟ ਏਲੀਅਸ ਛੋਟੀ ਅਤੇ ਰਜਤ ਵਸ਼ਿਸ਼ਟ ਇਹ ਚੰਡੀਗੜ੍ਹ ਦੇ ਬੁੜੈਲ ਤੇ ਆਸ-ਪਾਸ ਦੇ ਇਲਾਕਿਆਂ ਦੇ ਰਹਿਣ ਵਾਲੇ ਸਨ।
ਸਟੂਡੈਂਟਸ ਆਰਗੇਨਾਈਜੇਸ਼ਨ ਆਫ ਪੰਜਾਬ ਯੂਨੀਵਰਸਿਟੀ ਦੇ ਇਹ ਸਥਾਨਕ ਪੱਧਰ ਦੇ ਲੀਡਰ ਸਨ, ਕਾਲਜਾਂ ਦੀ ਤੇ ਯੂਨੀਵਰਸਿਟੀ ਦੀ ਪੋਲਿਟਿਕਸ ਦੇ ਵਿੱਚ ਇਨਵੋਲਵ ਸਨ ਤੇ ਲਾਰੈਂਸ ਬਿਸ਼ਨੋਈ ਦੇ ਬੈਟਨਰ ਸਨ। ਯਾਨੀ ਕਿ ਉਹ ਸ਼ਖਸ, ਬੈਟਨਰ ਦਾ ਮਤਲਬ ਉਹ ਸ਼ਖਸ ਜਿਸ ਨੂੰ ਕਿ ਤੁਸੀਂ ਸਭ ਤੋਂ ਜ਼ਿਆਦਾ ਨਫ਼ਰਤ ਕਰਦੇ ਹੋ ਜਾਂ ਜੋ ਤੁਹਾਨੂੰ ਸਭ ਤੋਂ ਜ਼ਿਆਦਾ ਨਫ਼ਰਤ ਕਰਦਾ ਹੈ। ਸੋ ਇਹ ਦੋਹਾਂ ਨੂੰ ਮੈਂ ਅਗਲੀ ਆਪਣੀ ਰਿਪੋਰਟ ਦੇ ਵਿੱਚ ਜ਼ਿਆਦਾ ਵੇਰਵੇ ਸਹਿਤ ਇਹਨਾਂ ਦੇ ਬਾਰੇ ਗੱਲਬਾਤ ਕਰਾਂਗਾ। ਲੇਕਿਨ ਸੁਨੀਲ ਭਨੋਟ ਛੋਟੀ ਇਸ ਵਕਤ ਫਰਜ਼ੀ ਪਛਾਣ ਦੇ ਉੱਤੇ ਪਾਸਪੋਰਟ ਬਣਾ ਕੇ ਵਿਦੇਸ਼ ਵਿੱਚ ਨਿਕਲਣ ਵਿੱਚ ਕਾਮਯਾਬ ਹੋ ਚੁੱਕਾ ਹੈ। ਰਜਤ ਜਿਹੜਾ ਵਸ਼ਿਸ਼ਟ ਹੈ ਉਹ ਇਸ ਫਿਲਹਾਲ ਸ਼ਾਇਦ ਜੇਲ੍ਹ ਦੇ ਵਿੱਚ ਹੈ ਜਾਂ ਇਸ ਵਕਤ ਬੇਲ ਤੇ ਪੈਰੋਲ ਦੇ ਉੱਤੇ ਬਾਹਰ ਹੋਏਗਾ। ਇਸ ਤੋਂ ਇਲਾਵਾ ਇਸ ਮਕਾਨ ਦੇ ਵਿੱਚ ਉਸ ਸਮੇਂ ਇਹਨਾਂ 9 ਜਿਹੜੇ ਮੁਲਜ਼ਮ ਕੇਸ ਦੇ ਵਿੱਚ ਬਣਾਏ ਗਏ, ਉਹਨਾਂ ਦੇ ਵਿੱਚੋਂ 2 ਹੋਰ ਬਹੁਤ ਹੀ ਦਿਲਚਸਪ ਕਿਰਦਾਰ ਸਨ, ਜਿਨ੍ਹਾਂ ਦੇ ਵਿੱਚੋਂ ਅੰਮ੍ਰਿਤਸਰ ਦੇ ਸਨਬੀਰ ਸਿੰਘ ਸ਼ਾਮਲ ਸੀ। ਸਨਬੀਰ ਸਿੰਘ ਤੇ ਓਂਕਾਰ ਸਿੰਘ ਉਸ ਦਾ ਮਾਮਾ ਜਾਂ ਰਿਸ਼ਤੇ ਦੇ ਕੋਈ ਰਿਸ਼ਤੇਦਾਰ ਦੱਸਿਆ ਜਾਂਦਾ, ਮੋਸਟ ਪ੍ਰੋਬਬਲੀ ਦਾ ਮਾਮਾ ਹੀ ਸੀ। ਸੋ ਸਨਬੀਰ ਸਿੰਘ ਅਤੇ ਓਂਕਾਰ ਸਿੰਘ ਵੀ ਇਹਨਾਂ 9 ਉਹਨਾਂ ਐਕਿਊਜ਼ ਦੇ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ ਫਾਈਨਲੀ ਅਦਾਲਤ ਨੇ ਨਵੰਬਰ 2017 ਦੇ ਵਿੱਚ ਉਮਰ ਕੈਦ ਦੀਆਂ ਸਜ਼ਾਵਾਂ ਸੁਣਾਈਆਂ। ਅਦਾਲਤ ਵੱਲੋਂ ਆਪਣੇ ਫੈਸਲੇ ਦੇ ਵਿੱਚ, ਯਾਨੀ ਕਿ 2017 ਨਵੰਬਰ ਦੇ ਵਿੱਚ ਜਿਹੜਾ ਫੈਸਲਾ ਸੁਣਾਇਆ ਗਿਆ, ਉਸ ਤਹਿਤ 9 ਦੇ 9 ਜਿਹੜੇ ਐਕਿਊਜ਼, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੇ ਮੈਂ ਨਾਂ ਲੈਤੇ ਹੈਗੇ ਨੇ, ਉਹਨਾਂ ਨੂੰ 302 ਸੈਕਸ਼ਨ ਯਾਨੀ ਕਿ ਕਤਲ ਦੀ ਵਾਰਦਾਤ ਦੇ ਵਿੱਚ ਦੋਸ਼ੀ ਮੰਨਿਆ ਗਿਆ। ਧਰਮਿੰਦਰ ਗੁਗਨੀ, ਜਿਸ ਨੇ ਖੁਦ ਅਮਰਪ੍ਰੀਤ ਸਿੰਘ ਸੇਠੀ ਦੇ ਉੱਤੇ ਗੋਲੀਆਂ ਚਲਾਈਆਂ ਸਨ, ਉਸ ਦੇ ਉੱਤੇ 467 ਤੇ 468 ਹੋਰ ਸੈਕਸ਼ਨ ਲਾਏ ਗਏ। ਇਹਨਾਂ ਨੂੰ ਸਜ਼ਾਵਾਂ ਹੋਈਆਂ, ਉਮਰ ਕੈਦ ਦੀਆਂ, ਲਾਈਫ ਸੈਂਟੈਂਸਿਸ ਹੋਈਆਂ। ਕੁਝ ਕੇਸਿਸ ਦੇ ਵਿੱਚ 307 ਯਾਨੀ ਕਿ ਅਟੈਂਪਟ ਟੂ ਮਰਡਰ ਦਾ ਜਿਹੜਾ ਕੇਸ ਸੀ ਗਗਨਜੋਤ ਸੇਠੀ ਅਤੇ ਉਸਦੇ ਸਾਥੀ ਸਿਮਰਜੀਤ ਸਿੰਘ, ਕਿਉਂਕਿ ਇਹਨਾਂ ਦੋਹਾਂ ਨੂੰ ਵੀ ਗੋਲੀਆਂ ਮਾਰੀਆਂ ਗਈਆਂ ਸਨ। ਸੋ ਸੁਨੀਲ ਭਨੋਟ ਅਤੇ ਜਿਹੜਾ ਰਜਤ ਵਸ਼ਿਸ਼ਟ ਸੀ, ਇਹਨਾਂ ਨੂੰ 307 ਦੇ ਅਟੈਂਪਟ ਟੂ ਮਰਡਰ ਕੇਸ ਦੇ ਵਿੱਚ ਚਾਰਜ ਕੀਤਾ ਗਿਆ। 7-7 ਸਾਲ ਦੀ ਸਜ਼ਾ ਉਹ ਵੀ ਕਨਕਰੈਂਟਲੀ ਰਨ ਕਰਨੀ ਸੀ ਤੇ ਹੋਰ ਸਜ਼ਾਵਾਂ ਜਿਹੜੀਆਂ ਆਰਮਸ ਐਕਟ ਦੇ ਕਈ ਹੋਰ ਸੈਕਸ਼ਨ ਜਿਹੜੇ ਸੀ ਇੰਪੋਜ਼ ਕੀਤੇ ਗਏ। ਇਹ ਸਾਰੇ ਮੁਜਰਮ ਜਿਨ੍ਹਾਂ ਨੂੰ ਸਜ਼ਾ ਮਿਲੀ ਸੀ, ਇਹਨਾਂ ਵਿੱਚੋਂ ਸਨਬੀਰ ਸਿੰਘ ਅਤੇ ਓਂਕਾਰ ਸਿੰਘ ਦਾ ਇੱਕ ਬਹੁਤ ਹੀ ਵੱਖਰਾ ਰੋਲ ਤੇ ਪ੍ਰੋਫਾਈਲ ਸੀ। ਇਹ ਦੱਸਿਆ ਜਾਂਦਾ ਕਿ ਅੰਮ੍ਰਿਤਸਰ ਦੇ ਵਿੱਚ ਸਨਬੀਰ ਸਿੰਘ ਰਹਿੰਦਾ ਸੀ ਤੇ ਉੱਥੇ ਇਹਦੀ ਡਿਮਾਂਡ ਆਪਣੇ ਘਰਦਿਆਂ ਤੋਂ ਇੱਕ ਮਰਸੀਡੀਜ਼ ਗੱਡੀ ਦੀ ਸੀ, ਲੇਕਿਨ ਘਰਦਿਆਂ ਨੇ ਮਰਸੀਡੀਜ਼ ਦੀ ਜਗ੍ਹਾ ਇਸ ਨੂੰ ਸ਼ਾਇਦ ਸਕੋਡਾ ਓਕਟਾਵੀਆ ਗੱਡੀ ਲੈ ਕੇ ਦੇਤੀ, ਜਿਸ ਕਾਰਨ ਇਹ ਨਾਰਾਜ਼ ਹੋ ਕੇ ਆਪਣੇ ਘਰ ਵਾਲਿਆਂ ਤੋਂ ਇੱਥੇ ਆਇਆ ਸੀ ਤੇ ਮੋਹਾਲੀ ਦੇ ਵਿੱਚ ਇਸ ਮਕਾਨ ਦੇ ਵਿੱਚ ਰਹਿ ਰਿਹਾ ਸੀ, ਜਿੱਥੇ ਕਿਸ ਦੇ ਨਾਲ ਹੋਰ ਸਾਰੇ ਦੇ ਸਾਰੇ ਲੋਕ ਰਹਿ ਰਹੇ ਸਨ। ਇਸੇ ਸਨਬੀਰ ਸਿੰਘ ਨੂੰ ਦੱਸਿਆ ਜਾਂਦਾ ਕਿ ਮਨਾਉਣ ਲਈ ਇਸ ਦਾ ਮਾਮਾ ਵੀ ਆਉਂਦਾ ਹੈ, ਜੋ ਕਿ ਕੁਝ ਦਿਨਾਂ ਲਈ ਹੀ ਇਹਨਾਂ ਦੇ ਨਾਲ ਆਇਆ ਸੀ, ਉਸਨੇ ਜੁਆਇਨ ਕੀਤਾ ਸੀ ਤੇ ਇਸ ਨੂੰ ਮਨਾ ਕੇ ਉਹ ਵਾਪਸ ਲਿਜਾਣ ਦੇ ਇਰਾਦੇ ਦੇ ਨਾਲ ਇੱਥੇ ਆਉਂਦਾ ਹੈ। ਉਸੇ ਦੌਰਾਨ ਇਹ ਜਿਹੜੀ ਘਟਨਾ 27 ਫਰਵਰੀ 2013 ਦੀ ਹੋ ਜਾਂਦੀ ਹੈ। ਹੁਣ ਸਨਬੀਰ ਅਤੇ ਉਸਦੇ ਰਿਸ਼ਤੇਦਾਰ ਲਈ ਤਾਂ ਇੱਕ ਬਹੁਤ ਹੀ ਵੱਖਰੀ ਕਿਸਮ ਦੀ ਟ੍ਰੈਜੇਡੀ ਤੇ ਤਰਾਸਦੀ ਸੀ। ਕਿਤੇ ਤਾਂ ਆਪਣੇ ਘਰਦਿਆਂ ਤੋਂ ਨਾਰਾਜ਼ ਹੋ ਕੇ ਰੁੱਸ ਕੇ ਆਏ ਇਸ ਵਿਅਕਤੀ ਨੇ ਗਲਤ ਥਾਂ ਦੇ ਉੱਤੇ ਪਨਾਹ ਲੈ ਲਈ ਜਾਂ ਕਹਿ ਲਈ ਕਿ ਗਲਤ ਥਾਂ ਦੇ ਉੱਤੇ ਰੁਕ ਗਿਆ ਤੇ ਇਸ ਅਪਰਾਧਿਕ ਵਾਰਦਾਤ ਦੇ ਵਿੱਚ ਨਾ ਸਿਰਫ ਇੰਪਲੀਕੇਟ ਕੀਤਾ, ਬਲਕਿ ਅਦਾਲਤ ਨੇ ਇਹਨਾਂ ਨੂੰ ਦੋਸ਼ੀ ਮੰਨਿਆ। ਇਸ ਨੂੰ ਤੇ ਇਸ ਦੇ ਮਾਮੇ ਨੂੰ ਵੀ ਇਹਨਾਂ ਕ੍ਰਿਮੀਨਲਸ ਦੀ ਇਸ ਕਰਤੂਤ ਦਾ ਖਾਮਿਆਜ਼ਾ ਭੁਗਤਣਾ ਪਿਆ। ਹਾਲਾਂਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਦੀ ਇਨਵੋਲਵਮੈਂਟ ਨਹੀਂ ਸੀ, ਕਿਉਂਕਿ ਜਦੋਂ ਝਗੜਾ ਹੋਇਆ ਸਾਰੇ ਦੇ ਸਾਰੇ ਗੈਂਗ ਅਪ ਹੋ ਗਏ, ਇਕੱਠੇ ਹੋ ਕੇ ਹਥਿਆਰ ਅਸਲਾ ਇਹਨਾਂ ਕੋਲ ਪਹਿਲਾਂ ਹੀ ਸੀਗਾ, ਇਨਡਿਸਕ੍ਰਿਮੀਨੇਟ ਫਾਇਰਿੰਗ ਕੀਤੀ, ਜਿਸ ਦੇ ਬਾਅਦ ਹੀ ਅਮਰਪ੍ਰੀਤ ਸਿੰਘ ਦੀ ਮੌਤ ਹੁੰਦੀ ਹੈ ਤੇ ਉਸ ਦੇ ਜਿਹੜਾ ਕਜ਼ਨ ਗਗਨਜੋਤ ਸੇਠੀ ਤੇ ਉਸ ਦਾ ਸਾਥੀ ਬਾਲ ਇਸ ਵਾਰਦਾਤ ਦੇ ਵਿੱਚ ਬਚਦਾ ਹੈ। ਹੁਣ ਆਪਣੀ ਪਿਛਲੀ ਰਿਪੋਰਟ ਦੇ ਵਿੱਚ ਆਪਾਂ ਜਸਵਿੰਦਰ ਖੱਟੂ ਅਤੇ ਸੁਨੀਲ ਛੋਟੀ ਭਨੋਟ ਦੇ ਫਰਾਰ ਹੋਣ ਦੀ ਗੱਲ ਕੀਤੀ ਸੀ, ਯਾਨੀ ਕਿ ਫਰਜ਼ੀ ਡਾਕੂਮੈਂਟ ਬਣਾ ਕੇ ਪਾਸਪੋਰਟ ਬਣਾ ਕੇ ਨਿਕਲਣ ਦੀ ਗੱਲ ਕੀਤੀ ਸੀ। ਇੱਥੇ ਦੱਸਦੇ ਕਿ 2018 ਦੇ ਵਿੱਚ ਪੈਰੋਲ ਦਿੱਤੀ ਗਈ ਸੀ ਸੁਨੀਲ ਛੋਟੀ ਭਨੋਟ ਨੂੰ ਅਤੇ ਉਸ ਦੇ ਨਾਲ ਹੀ ਇੱਕ ਹੋਰ ਕ੍ਰਿਮੀਨਲ ਸੀ ਜਿਹੜਾ ਕੇਵਿਨ ਸੁਸ਼ਾਂਤ ਨਾਂ ਦਾ, ਮੈਂ ਸ਼ਾਇਦ ਜ਼ਿਕਰ ਕੀਤਾ ਇਸ ਰਿਪੋਰਟ ਦੇ ਵਿੱਚ ਵੀ, ਕਿਉਂਕਿ ਕੇਵਿਨ ਸੁਸ਼ਾਂਤ ਨੂੰ ਵੀ ਇਸੇ ਕੇਸ ਦੇ ਵਿੱਚ ਸਜ਼ਾ ਹੋਈ ਹੈ। ਸੋ ਸੁਨੀਲ ਛੋਟੀ ਭਨੋਟ ਨੂੰ ਅਤੇ ਕੇਵਿਨ ਸੁਸ਼ਾਂਤ ਨੂੰ ਪੈਰੋਲ ਦਿੱਤੀ ਜਾਂਦੀ ਹੈ ਮੋਹਾਲੀ ਪੁਲਿਸ ਵੱਲੋਂ, ਤੇ ਮੋਹਾਲੀ ਦੇ ਇੱਕ ਅਸਿਸਟੈਂਟ ਸਬ ਇੰਸਪੈਕਟਰ ਤੇ ਇੱਕ ਹੈੱਡ ਕਾਂਸਟੇਬਲ ਲੈਵਲ ਦੇ ਅਫਸਰ ਦੀ ਮਿਲੀਭੁਗਤ ਤੋਂ ਬਾਅਦ ਆਪਸ ਦੀ ਇਹਨਾਂ ਨੇ ਕੁਝ ਸੈਟਿੰਗ ਕੀਤੀ, ਜਿਸ ਤੋਂ ਬਾਅਦ ਕਿ ਇਹਨਾਂ ਨੂੰ ਪੈਰੋਲ ਦਿੱਤੀ ਗਈ। ਇਸ ਤੋਂ ਬਾਅਦ ਸ਼ਿਕਾਇਤਕਰਤਾ ਇਸ ਕੇਸ ਦੇ ਵਿੱਚ ਅਮਰਪ੍ਰੀਤ ਸੇਠੀ ਦੇ ਰਿਸ਼ਤੇਦਾਰ ਮਨਜੋਤ ਸਿੰਘ ਸੇਠੀ ਜਿਹੜੇ ਸਨ, ਉਹਨਾਂ ਵੱਲੋਂ ਸ਼ਿਕਾਇਤ ਕੀਤੀ ਕਿ ਡੀਸੀ ਮੋਹਾਲੀ ਨੂੰ ਉਹਨਾਂ ਨੇ ਸ਼ਿਕਾਇਤ ਦਿੱਤੀ ਕਿ ਇਹ ਜਿਹੜੀ ਪੈਰੋਲ ਦਿੱਤੀ ਗਈ ਹੈ ਗਲਤ ਦਿੱਤੀ ਗਈ ਹੈ, ਕਿਉਂਕਿ ਦੱਸਿਆ ਜਾਂਦਾ ਕਿ ਸੁਨੀਲ ਛੋਟੀ ਭਨੋਟ ਨੇ ਆਪਣੇ ਜਿਹੜੇ ਐਡਰੈਸਿਸ ਸੀ ਜੋ ਕਿ ਉਸਦੇ ਅਸਲ ਦੇ ਵਿੱਚ ਪਤੇ ਸੀ, ਉਹਨਾਂ ਨੂੰ ਗਲਤ ਰਿਪਰੈਜ਼ੈਂਟ ਕਰਕੇ ਇਸ ਬੇਲ ਨੂੰ ਅਪਲਾਈ ਕਰਨ ਤੇ ਪੈਰੋਲ ਨੂੰ ਹਾਸਲ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ। ਤੇ ਇਸੇ ਤਰੀਕੇ ਦੇ ਨਾਲ ਕੇਵਿਨ ਸੁਸ਼ਾਂਤ, ਸੋ ਇਹ ਕੇਸ ਜਦੋਂ ਡੀਸੀ ਮੋਹਾਲੀ ਐਜ਼ ਅ ਡੀਐਮ ਗੁਰਪ੍ਰੀਤ ਸਪਰਾ ਜੋ ਕਿ ਉਸ ਵਕਤ ਸਨ, ਉਹਨਾਂ ਨੇ ਹੈਂਡਲ ਕੀਤਾ। ਇਹ ਦੋਹਾਂ ਦੀ ਜਿਹੜੀ ਪੈਰੋਲ ਨੂੰ ਕੈਂਸਲ ਕੀਤਾ ਗਿਆ ਤੇ ਐਸਐਸਪੀ ਮੋਹਾਲੀ ਨੂੰ ਇਸ ਮਾਮਲੇ ਦੀ ਇੱਕ ਇਨਵੈਸਟੀਗੇਸ਼ਨ ਦੀ ਗੱਲ ਕੀਤੀ ਗਈ। ਕੁਲਦੀਪ ਚਹਿਲ ਨੇ ਇਸ ਦੀ ਇਨਵੈਸਟੀਗੇਸ਼ਨ ਕੀਤੀ, ਲੇਕਿਨ ਤੁਸੀਂ ਇਹ ਦੇਖੋ ਕਿ 2018 ਦੇ ਵਿੱਚ ਇਹ ਲੋਕ ਗਲਤ ਤਰੀਕੇ ਦੇ ਨਾਲ ਪੈਰੋਲ ਲੈ ਜਾਂਦੇ ਨੇ, ਜਦੋਂ ਕਿ ਐਡਾ ਸੰਗੀਨ ਵਾਰਦਾਤ ਦੇ ਵਿੱਚ ਇਹ ਲੋਕ ਇਨਵੋਲਵ ਸਨ। ਉਸ ਤੋਂ ਬਾਅਦ ਇਹਨਾਂ ਦੀ ਪੈਰੋਲ ਕੈਂਸਲ ਕਰਕੇ ਦੁਬਾਰਾ ਇਹਨਾਂ ਨੂੰ ਜੇਲ੍ਹਾਂ ਵਿੱਚ ਪਾਇਆ ਗਿਆ, ਲੇਕਿਨ ਕੁਝ ਹੀ ਮਹੀਨੇ ਪਹਿਲਾਂ ਦੱਸਿਆ ਜਾਂਦਾ ਹੈ ਕਿ ਦੁਬਾਰਾ ਆਏ, ਪੈਰੋਲ ਤੇ ਆਏ, ਬੇਲ ਤੇ ਆਏ, ਕਿਵੇਂ ਛੁੱਟ ਕੇ ਆਏ, ਇਹ ਤਾਂ ਖੈਰ ਰਿਕਾਰਡ ਦਾ ਹੀ ਇੱਕ ਵਿਸ਼ਾ ਹੋਏਗਾ। ਇਸ ਚੀਜ਼ ਦੀ ਤਾਂ ਇਨਵੈਸਟੀਗੇਸ਼ਨ ਹੁਣ ਹੋਣੀ ਚਾਹੀਦੀ ਹੈ, ਕਿਸ ਨੇ ਪੈਰੋਲ ਤੇ ਕਿਸ ਨੇ ਬੇਲਾਂ ਦਿੱਤੀਆਂ, ਕਿ ਇੱਕ ਪ੍ਰੋਸੀਜਰ ਦੇ ਤਹਿਤ ਇਹਨਾਂ ਨੂੰ ਪੈਰੋਲ ਮਿਲੀ, ਲੇਕਿਨ ਨਤੀਜਾ ਤੇ ਖਾਮਿਆਜ਼ਾ ਤੁਹਾਡੇ ਸਾਹਮਣੇ।
ਸੋ ਜੇ 2018 ਦੇ ਵਿੱਚ ਮਨਜੋਤ ਸਿੰਘ ਸੇਠੀ ਸ਼ਿਕਾਇਤ ਕਰ ਰਹੇ ਸੀ ਕਿ ਗਲਤ ਪੈਰੋਲਸ ਤੁਸੀਂ ਦੇ ਰਹੇ ਹੋ, ਉਸ ਤੋਂ ਬਾਅਦ ਇਹਨਾਂ ਦੀਆਂ ਪੈਰੋਲਸ ਕੈਂਸਲ ਕੀਤੀਆਂ ਗਈਆਂ। ਉਸ ਤੋਂ ਕੁਝ ਹੀ ਸਾਲ ਬਾਅਦ ਸੁਨੀਲ ਛੋਟੀ ਪਨੋਟ ਹੀ ਜਸਵਿੰਦਰ ਖੱਟੂ ਦੇ ਨਾਲ ਰਲ ਕੇ ਫਰਜ਼ੀ ਡਾਕੂਮੈਂਟ ਬਣਾ ਕੇ ਵਿਦੇਸ਼ ਦੇ ਵਿੱਚ ਭੱਜਣ ਦੇ ਵਿੱਚ ਕਾਮਯਾਬ ਰਿਹਾ। ਇਹ ਸਾਡੇ ਸਿਸਟਮ ਦੇ ਉੱਤੇ ਇੱਕ ਬਹੁਤ ਵੱਡੀ ਚਪੇੜ ਹੈ। ਇਸ ਤਰੀਕੇ ਦੇ ਘਟਨਾਵਾਂ ਤੇ ਇਸ ਤਰੀਕੇ ਦੇ ਐਗਜ਼ਾਮਪਲਸ ਨੂੰ ਮੈਗਨੀਫਾਈ ਕਰਕੇ ਦੇਖਣਾ ਸਾਡੇ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਅੱਜ ਦੀ ਇਹ ਰਿਪੋਰਟ ਬਣੀ ਹੈ। ਹੁਣ ਇਸ ਤੋਂ ਪਹਿਲਾਂ ਕਿ ਮੈਂ ਇਸ ਰਿਪੋਰਟ ਨੂੰ ਵਾਈਂਡ ਅਪ ਕਰਾਂ ਤੇ ਤੁਹਾਡੇ ਤੋਂ ਇਜਾਜ਼ਤ ਲਾਂ, ਇੱਕ ਹੋਰ ਮੈਂ ਅਜਿਹੀ ਘਟਨਾ ਬਾਰੇ ਜ਼ਰੂਰ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜੋ ਕਿ ਮੇਰੀ ਅਗਲੀ ਰਿਪੋਰਟ ਦਾ ਮੁੱਢ ਬਣੇਗੀ, ਯਾਨੀ ਕਿ ਇੱਕ ਲੀਡ ਜੋ ਕਿ ਅਗਲੀ ਰਿਪੋਰਟ ਤੋਂ ਪਹਿਲਾਂ ਮੈਂ ਤੁਹਾਨੂੰ ਦੇਣੀ ਚਾਹੁੰਦਾ। ਅਮਰਪ੍ਰੀਤ ਸਿੰਘ ਸੇਠੀ ਦੇ ਕਤਲ ਕੇਸ ਦੇ ਵਿੱਚ ਜਿਹੜਾ ਟ੍ਰਾਇਲ ਜੋ ਕਿ ਤਕਰੀਬਨ 57 ਮਹੀਨੇ ਚੱਲਿਆ, ਯਾਨੀ ਕਿ ਲਗਭਗ 5 ਸਾਲ ਇਹ ਟ੍ਰਾਇਲ ਚੱਲਦਾ ਹੈ 2013 ਤੋਂ ਲੈ ਕੇ 2017 ਤੱਕ। ਇਸ ਦੌਰਾਨ ਇੱਕ ਅਜਿਹੀ ਕੋਰਟ ਦੇ ਵਿੱਚ ਪੇਸ਼ੀ ਦੌਰਾਨ ਘਟਨਾ ਹੋਈ ਜਿਸ ਦੌਰਾਨ 2 ਕ੍ਰਿਮੀਨਲ ਗੈਂਗਸ ਆਮੋ ਸਾਹਮਣੇ ਆ ਗਏ ਤੇ ਇਹ ਜਿਹੜੀ ਝੜਪ ਸੀ ਖੂਨੀ ਹੋ ਸਕਦੀ ਸੀ, ਲੇਕਿਨ ਕਿਉਂਕਿ ਦੋਹਾਂ ਜਿਹੜੇ ਕ੍ਰਿਮੀਨਲ ਗੈਂਗ ਸੀ ਉਹਨਾਂ ਦੇ ਕੋਲ ਹਥਿਆਰ ਨਹੀਂ ਸਨ, ਪੁਲਿਸ ਦੀ ਕਸਟਡੀ ਦੇ ਵਿੱਚ ਹੀ ਆਪਸ ਦੇ ਵਿੱਚ ਇਹ ਗੈਂਗ ਭਿੜ ਗਏ। ਇਸ ਵਾਸਤੇ ਕੋਈ ਅਣਸੁਖਾਵੀ ਘਟਨਾ ਮੋਹਾਲੀ ਦੀ ਅਦਾਲਤ ਦੇ ਵਿੱਚ ਨਹੀਂ ਹੋਈ। ਇਹ ਘਟਨਾ ਤੇ ਝੜਪ ਉਸ ਵਕਤ ਦੀ ਹੈ ਜਦੋਂ ਕਿ ਇਸ ਕੇਸ ਦੇ ਵਿੱਚ ਟ੍ਰਾਇਲ ਸਿਖਰ ਤੇ ਸੀ। ਗਗਨਜੋਤ ਸਿੰਘ ਬੇਦੀ, ਜਿਸ ਨੂੰ ਕਿ ਅਮਰਪ੍ਰੀਤ ਸੇਠੀ ਹੱਤਿਆਕਾਂਡ ਦੌਰਾਨ ਗੋਲੀ ਲੱਗੀ ਸੀ, ਉਸ ਦਾ ਕਜ਼ਨ ਸੀ, ਉਸ ਦਾ ਕ੍ਰਾਸ ਐਗਜ਼ਾਮੀਨੇਸ਼ਨ ਉਸ ਦਿਨ ਹੋਣਾ ਸੀ। ਮੋਹਾਲੀ ਦੇ ਵਿੱਚ ਪੇਸ਼ੀ ਦੇ ਉੱਤੇ ਲਿਆਂਦੇ ਗਏ ਇਹ ਸਾਰੇ ਦੇ ਸਾਰੇ ਅੰਡਰ ਟ੍ਰਾਇਲ ਜਿਹੜੇ ਕਿ ਅਮਰਪ੍ਰੀਤ ਸੇਠੀ ਦੇ ਕੇਸ ਦੇ ਵਿੱਚ ਸਨ। ਧਰਮਿੰਦਰ ਗੁਗਨੀ, ਜਸਵਿੰਦਰ ਖੱਟੂ, ਸੁਨੀਲ ਛੋਟੀ ਪਨੋਟ, ਰਜਤ ਵਸ਼ਿਸ਼ਟ, ਕੇਵਿਨ ਸੁਸ਼ਾਂਤ, ਦੀਪਕ ਕੌਸ਼ਲ, ਵਿਕਾਸ ਸ਼ਰਾਵਤ, ਇਹ ਸਾਰੇ ਦੇ ਸਾਰੇ ਜਿਹੜੇ ਅਕਿਊਜ਼ ਸੀ, ਇਹਨਾਂ ਨੂੰ ਇੱਕ ਗੱਡੀ ਦੇ ਵਿੱਚ ਲੈ ਕੇ ਆਇਆ ਜਾਂਦਾ ਹੈ ਤੇ ਇਸੇ ਅਦਾਲਤ ਦੇ ਵਿੱਚ ਸਾਈਮਲਟੇਨੀਅਸਲੀ ਉਸੇ ਦਿਨ ਪੇਸ਼ੀ ਸੀ ਲਾਰੈਂਸ ਬਿਸ਼ਨੋਈ ਦੀ ਕਿਸੇ ਹੋਰ ਅਪਰਾਧਿਕ ਮਾਮਲੇ ਦੇ ਵਿੱਚ। ਉਸ ਦਿਨ ਅਦਾਲਤ ਦੇ ਵਿੱਚ ਪੇਸ਼ੀ ਭੁਗਤਣ ਆਏ ਲਾਰੈਂਸ ਬਿਸ਼ਨੋਈ ਦੇ ਨਾਲ ਛਾਤਰ ਰਾਜਨੀਤੀ ਦੇ ਉਹਨਾਂ ਦੇ ਦਿਨਾਂ ਦੇ ਕਈ ਸਾਥੀ ਮੌਜੂਦ ਸਨ। ਉਸ ਦੇ ਆਪਣੇ ਗੁੱਟ ਦੇ ਸਾਥੀ, ਜਿਨ੍ਹਾਂ ਵਿੱਚੋਂ ਇੱਕ ਸੀ ਅਮਨਦੀਪ ਮੁਲਤਾਨੀ, ਉਹੀ ਅਮਨਦੀਪ ਮੁਲਤਾਨੀ ਜਿਸ ਨੂੰ ਅੱਜ ਤੋਂ ਕੁਝ ਸਾਲ ਪਹਿਲਾਂ ਅਮਰੀਕਾ ਦੇ ਵਿੱਚ DEA ਅਤੇ FBI ਦੇ ਇੱਕ ਬਹੁਤ ਵੱਡੇ ਆਪਰੇਸ਼ਨ ਜਿਸ ਵਿੱਚ ਕਿ ਡਰੱਗਸ ਦੇ ਸਮਗਲਰਾਂ ਨੂੰ ਟਰੈਕ ਕੀਤਾ ਗਿਆ, ਕੋਲੰਬੀਆ ਮੈਕਸੀਕੋ ਤੋਂ ਡਰੱਗ ਕਿਵੇਂ ਰੂਟ ਹੋ ਕੇ ਅਮਰੀਕਾ ਦੇ ਜ਼ਰੀਏ ਕੈਨੇਡਾ ਦੇ ਜ਼ਰੀਏ ਆ ਰਹੀਆਂ ਸਨ, ਜਾ ਰਹੀਆਂ ਸਨ। ਸੋ ਉਸ ਮਾਮਲੇ ਦੇ ਵਿੱਚ ਵੀ ਅਮਨਦੀਪ ਮੁਲਤਾਨੀ ਨੂੰ ਨਾਮਜ਼ਦ ਕੀਤਾ ਗਿਆ। ਅਮਨਦੀਪ ਮੁਲਤਾਨੀ ਉਸ ਦਿਨ ਲਾਰੈਂਸ ਬਿਸ਼ਨੋਈ ਦੇ ਨਾਲ ਸੀ ਤੇ ਦੱਸਿਆ ਜਾਂਦਾ ਹੈ ਕਿ ਜਦੋਂ ਦੂਸਰਾ ਗੁੱਟ ਜਿਹੜਾ ਕਿ ਧਰਮਿੰਦਰ ਗੁਗਨੀ, ਜਸਵਿੰਦਰ ਖੱਟੂ ਤੇ ਸੁਨੀਲ ਪਨੋਟ ਛੋਟੀ ਜਾਂ ਫਿਰ ਰਜਤ ਵਸ਼ਿਸ਼ਟ ਜਿਹੜਾ ਕਿ ਮੇਨ ਕੈਰੈਕਟਰ ਸੀ ਇਸ ਝਗੜੇ ਦੇ ਵਿੱਚ, ਉਹ ਬਾਹਰ ਆ ਰਹੇ ਹੁੰਦੇ ਨੇ, ਆਮੋ ਸਾਹਮਣਾ ਦੋਵਾਂ ਦਾ ਹੋ ਜਾਂਦਾ ਹੈ। ਜਿਸ ਤੋਂ ਬਾਅਦ ਰਜਤ ਵਸ਼ਿਸ਼ਟ ਤੇ ਰਜਤ ਸ਼ਰਮੇ ਵੱਲੋਂ ਸਭ ਤੋਂ ਪਹਿਲਾਂ ਗਾਲੀ ਗਲੋਚ ਸ਼ੁਰੂ ਹੁੰਦਾ ਹੈ। ਲਾਰੈਂਸ ਬਿਸ਼ਨੋਈ ਅਤੇ ਅਮਨਦੀਪ ਮੁਲਤਾਨੀ ਦੇ ਖਿਲਾਫ ਉਹ ਕਈ ਗੱਲਾਂ ਬਾਤਾਂ ਕਰਦਾ ਹੈ, ਉੱਚੀ ਉੱਚੀ ਆਵਾਜ਼ ਦੇ ਵਿੱਚ ਦੋਵੇਂ ਧਿਰਾਂ ਵੱਲੋਂ ਇੱਕ ਦੂਸਰੇ ਦੇ ਖਿਲਾਫ ਨਾਅਰੇਬਾਜ਼ੀ ਕਹਿ ਲਈਏ ਜਾਂ ਕਹਿ ਲਈ ਗਾਲਾਂ ਕੱਢਣ ਦਾ ਜਿਹੜਾ ਦੌਰ ਚੱਲ ਪੈਂਦਾ ਹੈ। ਦੱਸਿਆ ਜਾਂਦਾ ਕਿ ਉਸ ਦਿਨ ਮੋਹਾਲੀ ਦੀ ਅਦਾਲਤ ਦਾ ਕੰਪਾਊਂਡ ਤੇ ਕੰਪਲੈਕਸ ਨੂੰ ਬੰਦ ਕਰਨਾ ਪਿਆ, ਉਸਦੇ ਗੇਟ ਬੰਦ ਕਰਨੇ ਪਏ ਕਿਉਂਕਿ ਦੋਵੇਂ ਧਿਰਾਂ ਆਪਸ ਦੇ ਵਿੱਚ ਫਿਜ਼ੀਕਲੀ ਉਲਝ ਪਈਆਂ, ਇੱਕ ਦੂਸਰੇ ਦੇ ਖਿਲਾਫ ਇਹਨਾਂ ਨੇ ਹਮਲਾ ਕਰਤਾ, ਹੱਥੋਂ ਪਾਈ ਹੋ ਗਈ ਕਿਉਂਕਿ ਹਥਿਆਰ ਇਹਨਾਂ ਕੋਲ ਨਹੀਂ ਸੀ। ਇਹ ਝੜਪ ਹੋਰ ਵੀ ਖੂਨੀ ਹੋ ਸਕਦੀ ਸੀ, ਲੇਕਿਨ ਦੱਸਿਆ ਗਿਆ ਕਿ ਤਕਰੀਬਨ 9 ਤੋਂ 10 ਮਿੰਟ ਇਹ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਕੁੱਟਣ ਮਾਰਨ ਦਾ ਸਿਲਸਿਲਾ ਚੱਲਦਾ ਰਿਹਾ। ਸੁਨੀਲ ਪਨੋਟ ਛੋਟੀ ਅਤੇ ਰਜਤ ਵਸ਼ਿਸ਼ਟ ਲਾਰੈਂਸ ਤੇ ਅਮਨਦੀਪ ਮੁਲਤਾਨੀ ਦੇ ਦੁਆਲੇ ਸਨ। ਸੋ ਆਪਸ ਦੇ ਵਿੱਚ ਇਹਨਾਂ ਦੀ ਜਿਹੜੀ ਝੜਪ ਹੋਈ ਉਸ ਨੂੰ ਅਧਿਕਾਰੀਆਂ ਦੀ ਫਿਰ ਇਨਵੋਲਵਮੈਂਟ ਦੇ ਨਾਲ ਪੁਲਿਸ, ਕਿਉਂਕਿ ਉੱਥੇ ਸਟਾਫ ਮੌਜੂਦ ਸੀ, ਉਹਨਾਂ ਨੇ ਵਿੱਚ ਪੈ ਕੇ ਇਸ ਝਗੜੇ ਨੂੰ ਰੋਕਿਆ ਤੇ ਇਸ ਤੋਂ ਪਹਿਲਾਂ ਵੀ ਤਕਰੀਬਨ 9-10 ਮਿੰਟ ਇਹ ਲੜਾਈ ਚੱਲਦੀ ਰਹੀ। ਜਿਸ ਤੋਂ ਬਾਅਦ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਅਮਰਪ੍ਰੀਤ ਸੇਠੀ ਮਰਡਰ ਕੇਸ ਦੇ ਅਕਿਊਜ਼ ਸੀ, ਇਹਨਾਂ ਨੂੰ ਆਪਣੀ ਦੀ ਵੈਨ ਦੇ ਵਿੱਚ ਬਿਠਾ ਕੇ ਉੱਥੋਂ ਤੋਰਿਆ ਗਿਆ ਤੇ ਬਾਅਦ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ, ਵਿਰੋਧ ਜਿਹੜਾ ਕੀਤਾ ਗਿਆ। ਸ਼ਿਕਾਇਤ ਅਮਨਦੀਪ ਮੁਲਤਾਨੀ ਨੇ ਇਸ ਕੇਸ ਦੇ ਵਿੱਚ ਦਿੱਤੀ ਸੀ ਰਜਤ ਵਸ਼ਿਸ਼ਟ ਦੇ ਖਿਲਾਫ ਕਿ ਰਜਤ ਵਸ਼ਿਸ਼ਟ ਨੇ ਸਾਨੂੰ ਗਾਲੀ ਗਲੌਚ ਕੀਤਾ ਤੇ ਸਾਡੇ ਖਿਲਾਫ ਪਹਿਲਾਂ ਹਮਲਾ ਕੀਤਾ। ਸੋ ਇਹ ਜਿਹੜੀ ਲੜਾਈ ਹੋਈ, ਝੜਪ ਹੋਈ, ਜੋ ਕਿ ਹੱਥੋਂ-ਪਾਈ ਦੇ ਵਿੱਚ ਤਬਦੀਲ ਹੋਈ ਤੇ ਲਾਰੈਂਸ ਬਿਸ਼ਨੋਈ ਨੂੰ ਸੁਨੀਲ ਪਨੋਟ ਛੋਟੀ ਅਤੇ ਰਜਤ ਵਸ਼ਿਸ਼ਟ ਨੇ ਨਿਸ਼ਾਨਾ ਬਣਾਇਆ। ਇਸ ਦੀ ਇੱਕ ਪੂਰੀ ਦੀ ਪੂਰੀ ਬੈਕਗ੍ਰਾਉਂਡ ਹੈ। ਇਹ ਕੋਈ ਅਚਾਨਕ ਝਗੜਾ ਨਹੀਂ ਹੋਇਆ। ਸਾਰੇ ਸੋਚ ਰਹੇ ਹੋਣਗੇ ਕਿ ਆਪਸ ਦੇ ਵਿੱਚ ਕੀ ਹੋਇਆ, ਕਿ ਅਦਾਲਤ ਦੇ ਵਿੱਚ ਇੱਕ ਦੂਸਰੇ ਦੇ ਨਾਲ ਇੱਕ ਗੁੱਟ ਭਿੜ ਗਏ। ਇੱਕ ਬਹੁਤ ਲੰਬੀ ਚੌੜੀ ਬੈਕਗ੍ਰਾਉਂਡ ਹੈ ਇਹਨਾਂ ਦੀ ਆਪਸ ਦੇ ਝਗੜੇ ਦੀ, ਜਿਸ ਨੂੰ ਮੈਂ ਆਪਣੀ ਪੋਸੀਬਲੀ ਅਗਲੀ ਇੱਕ ਰਿਪੋਰਟ ਦੇ ਵਿੱਚ ਲੈ ਕੇ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗਾ। ਲੇਕਿਨ ਅੱਜ ਦੀ ਇਹ ਰਿਪੋਰਟ ਸੀ ਅਮਰਪ੍ਰੀਤ ਸਿੰਘ ਸੇਠੀ ਦੇ ਇਸ ਕਤਲकांड ਉੱਤੇ ਤੇ ਇਸ ਕਤਲकांड ਦੇ ਵਿੱਚ 9 ਲੋਕਾਂ ਨੂੰ ਫਾਈਨਲੀ ਅਦਾਲਤ ਨੇ ਸਜ਼ਾਵਾਂ ਸੁਣਾਈਆਂ ਤੇ 2 ਜਿਹੜੇ ਮੇਨ ਇਸ ਕੇਸ ਦੇ ਅਕਿਊਜ਼ ਸਨ, ਸੁਨੀਲ ਪਨੋਟ ਏਲੀਆਸ ਛੋਟੀ ਅਤੇ ਜਸਵਿੰਦਰ ਖੱਟੂ, ਇਹ ਵਿਦੇਸ਼ ਵਿੱਚ ਨਿਕਲ ਚੁੱਕੇ ਨੇ। ਆਪਾਂ ਪਿਛਲੀ ਰਿਪੋਰਟ ਵਿੱਚ ਜ਼ਿਕਰ ਕੀਤਾ ਸੀ। ਸੋ ਸੂਰਤ ਹਾਲ ਤੁਹਾਡੇ ਸਾਹਮਣੇ ਹੈ। ਇਸ ਤਰੀਕੇ ਦੇ ਸਜ਼ਾਯਾਫਤਾ ਮੁਜਰਿਮਾਂ ਦਾ ਵੀ ਦੇਸ਼ ਛੱਡ ਕੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਭੱਜ ਜਾਣਾ, ਉਹ ਵੀ ਉਸ ਵਕਤ ਜਦੋਂ ਕਿ ਇੱਕ ਵਾਰ ਸੁਨੀਲ ਛੋਟੀ ਨੂੰ ਮਿਲੀ ਪੈਰੋਲ ਉੱਤੇ ਇਤਰਾਜ਼ ਉੱਠੇ, ਮਾਮਲਾ DC ਤੱਕ ਪਹੁੰਚਿਆ, DC ਨੇ ਪੈਰੋਲਾਂ ਕੈਂਸਲ ਕਰਾਈਆਂ, ਮਾਮਲੇ ਦੀਆਂ ਇਨਕੁਆਇਰੀਆਂ ਤੱਕ ਬਿਠਾਈਆਂ ਗਈਆਂ, ਲੇਕਿਨ ਸਭ ਕੁਝ ਹਵਾ ਦੇ ਵਿੱਚ।
ਸੋ ਲੈਣੇ ਜੀ ਤੁਹਾਡੇ ਤੋਂ ਇਜਾਜ਼ਤ, ਤੇ ਫਿਰ ਮੁਲਾਕਾਤ ਹੁੰਦੀ ਹੈ ਇੱਕ ਹੋਰ ਰਿਪੋਰਟ ਲੈ ਕੇ। ਤੇ ਅਗਲੀ ਰਿਪੋਰਟ ਦੇ ਵਿੱਚ ਆਪਾਂ ਇਸ ਆਪਸ ਦੀ ਜਿਹੜੀ ਰੈਵਲਰੀ, ਆਪਸ ਦੀ ਦੁਸ਼ਮਣੀ ਦੇ ਪੂਰੇ ਬੈਕਗਰਾਉਂਡ ਤੇ ਉਹਨਾਂ ਘਟਨਾਵਾਂ ਦਾ ਜ਼ਿਕਰ ਕਰਾਂਗੇ। ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ। ਥੈਂਕ ਯੂ ਸੋ ਮਚ।